वंदन पग पंकज वंदन सिमरायंगद दुख निकंदन गुरु अमरदास हृदय नित ध्यान हृदय नित ध्यान श्री गुरु रामदास गुण गावो गुरु अर्जुन विघ्नन के नाशक विघ्नन के नाशक हरि गोविंद शुभ समत प्रकाशक श्री हरि राय नमोकार जोरी नमोकार जोरी श्री हरि कृष्ण गुरु तेग बहादुर परम कृपाला वाहिगुरु परम कृपाला श्री गुरु गोबिंद सिंह विशाला तारो तारा तारे पुन पुन सीसा वाहिगुरु पुन पुन सीसा बंदा बार बार जगदीसा एक ओंकार सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा मथुरी उतरे गुरु प्रभु दासन लाए तुरंग फर्श कराए विशाल को बैठे सिख पट संग परम सम्मानियो गुरु रूप गुरु प्यारी गुरु सवारी साध संगत जीओ बड़े ही वडभागी हाँ राजान राज पालान पाल देवान देव उपमा महान चवर शतर तख्त मालिक जहरा जहूर हाजरा हजूर सर्व कला भरपूर धन धन साहिब श्री गुरु ग्रंथ साहिब महाराज जी की हजूरी अंदर बैठ के अपने जीवन दियां घड़ियां नूं सफलियां कर रहे हाँ आप जी ने बड़े ही प्यार के नाल गुरुद्वारा साहिब के हजूरी कीर्तनिया पासों तुर्की बाड़ी के हर जिस कीर्तन श्रवण कीते आओ समा होया है चल रही लड़ीवार गुर इतिहास की कथा विचार का आओ सारे मन विनतियां काबल करिए सतगुरु जी के अगे अरदास करिए कि सतगुरु जी सावधान के काबल की होने की सानू भी बल बुद्धि बख्शिया जी जो कि ये पढ़िया सुनिया गाविया साडे हृदयां ते वस जाए
ਅਤੇ ਆਪ ਜੀ ਦੇ ਦਰ ਘਰ ਵਿਖੇ ਹਾਜ਼ਰੀ ਲੱਗ ਜਾਏ। ਸੋ ਆਓ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਬੁਲਾਓ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਇੱਕੇ ਵਾਰੀ ਕਹਿਣ ਤੇ ਗੱਜ ਵੱਜ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਦਰੀ ਉਤਰੇ ਗੁਰਪੁਰਬ ਦਾਸਨ ਲਾਏ ਚੁਰੰਗ। ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਸ਼ਮੀਰ ਤੋਂ ਬਾਰਾਮੂਲਾ ਪਿੰਡ ਤੋਂ ਚੱਲਦੇ ਹੋਏ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਆਪ ਜੀ ਨੇ ਪਿਛਲੇ ਦੀਵਾਨਾਂ ਨੂੰ ਸਰਵਣ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜਪਜੀ ਸਾਹਿਬ ਦੀ ਵਿਲੱਖਣਤਾ ਨੂੰ ਸੰਤਾਂ ਦੇ ਸਾਹਮਣੇ ਦਰਸਾਉਂਦੇ ਹਨ ਤੇ ਦੱਸਦੇ ਹਨ ਕਿ ਇਹ ਜਿਹੜੀ ਜਪਜੀ ਹੈ ਇਹ ਕਿੱਦਾਂ ਪੜ੍ਹਨੀ ਹੈ ਤੇ ਇਸ ਨੂੰ ਪੜ੍ਹ ਕੇ ਸਾਨੂੰ ਕੀ ਫਲ ਪ੍ਰਾਪਤ ਹੋਵੇਗਾ। ਤੇ ਮਹਾਰਾਜ ਜੀ ਨੇ ਦੱਸਿਆ ਕਿ ਇਹ ਜਿਹੜੀ ਜਪਜੀ ਹੈ, ਜਿਹੜਾ ਮਨੁੱਖ ਇਸ ਨੂੰ ਪੜ੍ਹ ਲੈਂਦਾ ਹੈ, ਸੁਣ ਲੈਂਦਾ ਹੈ, ਗਾ ਲੈਂਦਾ ਹੈ, ਉਹਦਾ ਜਨਮ ਮਰਨ ਗੇੜ ਕੱਟਿਆ ਜਾਂਦਾ ਹੈ। ਗੁਰਮੁਖੋ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਹਨ। 38 ਪੌੜੀਆਂ ਮਹਾਰਾਜ ਜੀ ਨੇ ਉਚਾਰਨ ਕੀਤੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਇਹ ਗੁਰਬਾਣੀ ਨਿਤਨੇਮ ਦੀ ਗੁਰਬਾਣੀ ਹੈ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੀ ਗੁਰਬਾਣੀ ਹੈ। ਗੁਰਸਿੱਖ ਇਸ ਨੂੰ ਹਰ ਰੋਜ਼ ਗੁਰਬਾਣੀ ਪੜ੍ਹਦੇ ਹਨ ਤੇ ਹਰ ਰੋਜ਼ ਹੀ ਜਪਜੀ ਸਾਹਿਬ ਆਨੰਦ ਪ੍ਰਾਪਤ ਦਿੰਦੀ ਹੈ, ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਤੇ ਇਹ ਗੁਰਬਾਣੀ ਕੋਈ ਵੀ ਗੁਰਸਿੱਖ ਕਹਿ ਨਹੀਂ ਸਕਦਾ ਕਿ ਪੁਰਾਣੀ ਹੋਈ। ਜਦੋਂ ਵੀ ਇਸ ਨੂੰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ, ਹਰ ਇੱਕ ਦਿਨ, ਹਰ ਇੱਕ ਸਵੇਰ, ਹਰ ਇੱਕ ਅੰਮ੍ਰਿਤ ਵੇਲੇ ਦਾ ਸਮਾਂ ਇਹ ਗੁਰਬਾਣੀ ਦੇ ਨਵੇਂ ਅਰਥ ਕਰਦਾ ਹੈ। ਤੇ ਸਤਿਗੁਰੂ ਜੀ ਨੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਗੁਰਸਿੱਖਾਂ ਨੂੰ ਜਪਜੀ ਸਾਹਿਬ ਦੀ ਵਿਲੱਖਣਤਾ ਦੱਸੀ ਤੇ ਉਸ ਤੋਂ ਉਪਰੰਤ ਸਤਿਗੁਰੂ ਜੀ ਬਾਰਾਮੂਲਾ ਤੋਂ ਚਲਦੇ ਆ ਰਹੇ ਹਨ ਤੇ ਇੱਕ ਸ਼ੇਖੋਪੁਰਾ ਦਾ ਜ਼ਿਲ੍ਹਾ ਹੈ ਤੇ ਉਸ ਤੇ ਇੱਕ ਮੰਤਰੀ ਨਾਮ ਦਾ ਪਿੰਡ ਹੈ। ਸਤਿਗੁਰੂ ਜੀ ਉਸ ਸਥਾਨ ਤੇ ਆਏ ਹਨ ਅਤੇ ਆਪਣੇ ਜਿਹੜੇ ਘੋੜੇ ਹਨ ਉਸ ਤੋਂ ਉਤਰਨਾ ਕੀਤਾ ਹੈ। ਫਰਸ਼ ਕਰਾਏ ਵਿਸਾਲਕ ਬੈਠੇ ਸਿੱਖ ਪਟ ਸੰਗ। ਤੇ ਸਤਿਗੁਰੂ ਜੀ ਨੇ ਫਰਸ਼ ਕਰਵਾਇਆ, ਭਾਵ ਗਲੀਚੇ ਵਿਛਾਏ, ਸਿੱਖਾਂ ਨੇ ਸੋਹਣੀਆਂ ਚਾਦਰਾਂ ਵਿਛਾਈਆਂ ਤੇ ਸਤਿਗੁਰੂ ਜੀ ਆ ਕੇ ਉਸ ਫਰਸ਼ ਦੇ ਉੱਤੇ ਤੇ ਜਿੰਨੇ ਵੀ ਸਤਿਗੁਰੂ ਜੀ ਨਾਲ ਗੁਰਸਿੱਖ ਸੀਗੇ ਉਹ ਸਾਰੇ ਫਰਸ਼ ਦੇ ਉੱਤੇ ਆ ਕੇ ਬੈਠਣਾ ਕੀਤੇ ਹਨ। ਚੌਪਈ ਗ੍ਰਾਮ ਵਿਖੇ ਨਰਸਨ ਸਭ ਆਈ, ਅਰਥ ਉਪਾਇ ਸੀਸ ਨਿਵਾਏ। ਤੇ ਜਿਹੜੇ ਮੰਤਰੀ ਪਿੰਡ ਦੇ ਲੋਕ ਸਨ, ਨੇੜੋਂ ਦੇ, ਜਿਨ੍ਹਾਂ ਨੇ ਵੀ ਸੁਣਿਆ ਵੀ ਸਾਡੇ ਗ੍ਰਾਮ ਦੇ ਵਿੱਚ, ਸਾਡੇ ਮੰਤਰੀ ਪਿੰਡ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਏ ਹਨ ਤੇ ਉਹ ਸਾਰੇ ਹੀ ਚੱਲ ਕੇ ਆ ਗਏ ਤੇ ਸਾਰਿਆਂ ਨੇ ਹੀ ਨਮਸਕਾਰ ਕੀਤਾ। ਗੁਰਮੁਖੋ ਯਾਦ ਰੱਖਿਆ ਜੀ, ਅੱਜ ਕੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਪਣੇ ਘਰ ਵਿੱਚ ਲੈ ਕੇ ਜਾਂਦਾ ਹੈ ਤਾਂ ਬਹੁਤਾਤ ਲੋਕਾਂ ਦੀ ਸੋਚ ਹੁੰਦੀ ਹੈ ਕਿ ਨਹੀਂ ਉਹ ਆਪਣੇ ਘਰੇ ਲੈ ਕੇ ਚੱਲਿਆ ਹੈ, ਸਾਨੂੰ ਕੀ ਨਾ ਗੁਰੂ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ
ਮਜ਼ਹਬ ਦਾ ਹੈ, ਨਾ ਕਿਸੇ ਇੱਕ ਵਰਣ ਦਾ ਹੈ, ਨਾ ਕਿਸੇ ਇੱਕ ਧਰਮ ਦਾ ਹੈ। ਇਹ ਸਭੇ ਸਾਂਝੀ ਵਾਰਸ ਹੈ, ਕੋਈ ਨਾ ਕਿਸੇ ਮਹਾਰਾਜ ਜੀ ਉਹਦਾ ਉਪਦੇਸ਼ ਦਿੰਦਾ ਹੈ। ਜਦੋਂ ਵੀ ਕੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਪਣੇ ਘਰ ਵਿਖੇ, ਕਾਰੋਬਾਰ ਵਿਖੇ ਜਾਂ ਜਿੱਥੇ ਵੀ ਲੈ ਕੇ ਜਾਂਦਾ ਹੈ, ਜਿਹੜਾ ਵੀ ਗੁਰਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਹੈ, ਉਸ ਦਾ ਫਰਜ਼ ਬਣਦਾ ਹੈ ਕਿ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰੇ, ਸੀਸ ਝੁਕਾਵੇ ਤੇ ਜਿੰਨਾ ਕੁ ਹੋ ਸਕੇ ਆਦਰ ਕਰੇ। ਤੇ ਜੇ ਉਹ ਬੈਠਾ ਹੈ ਤਾਂ ਉਹ ਉੱਠ ਕੇ ਖੜਾ ਹੋ ਜਾਵੇ। ਅਕਾਲ ਤਖਤ ਦੀ ਮਰਿਆਦਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਜੀ, ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਪ੍ਰਕਾਸ਼ ਵੀ ਹੈ, ਜੇ ਕੋਈ ਸਰੂਪ ਬਾਹਰੋਂ ਵੀ ਆਉਂਦਾ ਹੈ ਤਾਂ ਵੀ ਉਸ ਤੇ ਅਸੀਂ ਅਦਬ ਵਾਸਤੇ ਖੜੇ ਤੇ ਨਮਸਕਾਰ ਕਰੀਏ। ਇਸ ਮੰਤਰੀ ਪਿੰਡ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਗਏ ਨੇ, ਤੇ ਜਿਨ੍ਹਾਂ ਨੇੜੋਂ ਦੇ ਪਿੰਡ ਹਨ ਜਾਂ ਮੰਤਰੀ ਪਿੰਡ ਦੇ ਲੋਕ ਰਹਿਣ ਵਾਲੇ ਹਨ, ਉਹ ਆਏ ਹਨ ਅਤੇ ਧੰਨ ਗੁਰੂ ਸਾਹਿਬ ਨੂੰ ਬੜੇ ਹੀ ਅਦਬ ਦੇ ਨਾਲ, ਬੜੇ ਹੀ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ। ਸੇਵਾ ਸਰਬ ਕਰੀ ਗੁਰ ਕੇ, ਇੱਕ ਸਿੱਖ ਨੇ ਪਾਖਿਓ ਤਿਸ ਬੇਰੀ। ਤੇ ਸਾਰੀਆਂ ਸੰਗਤਾਂ ਨੇ ਬੜੇ ਹੀ ਅਦਬ, ਉਤਸ਼ਾਹ, ਪਿਆਰ, ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਗੁਰਮੁਖੋ ਬਾਣੀਆਂ, ਕਹਾਣੀਆਂ ਕੋ ਸਰੋਤ ਕਰੇ। ਇਹ ਸਾਖੀਆਂ ਸੁਣਨ ਦਾ ਸਾਡਾ ਤਾਂ ਹੀ ਫਾਇਦਾ ਹੈ ਜੇ ਅਸੀਂ ਆਪਣਾ ਜੀਵਨ ਉਸ ਤਰੀਕੇ ਦੇ ਨਾਲ ਢਾਲਣ ਦਾ ਯਤਨ ਕਰੀਏ। ਕਵੀ ਰਾਜ ਜੀ ਕਹਿਣ ਲੱਗੇ ਕਿ ਸਾਰੀਆਂ ਸੰਗਤਾਂ ਨੇ ਬੜੀ ਪਿਆਰ ਦੇ ਨਾਲ ਸੇਵਾ ਕੀਤੀ ਹੈ। ਮਹਾਰਾਜ ਜੀ ਵੀ ਕਹਿੰਦੇ ਹਨ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਕਉ ਨਾਨਕ ਤੁਹਾਨੂੰ ਲਾਏ। ਦੁਨੀਆ ਦੇ ਵਿੱਚ ਰਹਿ ਕੇ ਸੇਵਾ ਕਰਨੀ ਹੈ, ਮਨੁੱਖਾਂ ਦੀ ਸੇਵਾ ਕਰਨੀ ਹੈ, ਇਸ ਧਰਤੀ ਦੀ ਵੀ ਸੇਵਾ ਕਰਨੀ ਹੈ। ਗੁਰੂ ਯਾਦ ਰੱਖਿਆ ਜੀ, ਇਸ ਧਰਤੀ ਤੋਂ ਅਸੀਂ ਸਫਾਈ ਰੱਖਣੀ ਹੈ। ਇਸ ਧਰਤੀ ਤੇ ਜਿੰਨੇ ਹੋ ਸਕੇ ਅਸੀਂ ਪੇੜ ਪੌਦੇ ਲਾਉਣੇ ਹਨ, ਕਿਉਂਕਿ ਇਹ ਵੀ ਇੱਕ ਸੇਵਾ ਹੈ ਜੀ। ਅੱਜ ਥੋੜ ਹੋ ਗਈ ਆਕਸੀਜਨ ਦੀ। ਆਪ ਜੀ ਨੇ ਪਿੱਛੇ ਦੇਖਿਆ ਹੋਣਾ, ਕੋਰੋਨਾ ਮਹਾਮਾਰੀ ਦੇ ਟਾਈਮ ਤੇ ਆਕਸੀਜਨਾਂ ਲੋਕਾਂ ਨੂੰ ਮੁੱਲ ਲੈਣੀਆਂ ਪਈਆਂ। ਤੇ ਜੇ ਰੱਬ ਹਰ ਇੱਕ ਮਨੁੱਖ ਨੂੰ ਆਕਸੀਜਨ ਮੁੱਲ ਦੇਵੇ ਤਾਂ ਸ਼ਾਇਦ ਹੀ ਕੋਈ ਦੁਨੀਆ ਤੇ ਜੀਵਤ ਰਹਿ ਸਕੇ। ਸੱਚ ਜਾਣਿਆ ਜੀ, ਇਹ ਇੱਕ ਰੱਬ ਹੀ ਹੈ ਜਿਹੜੀ ਅਣਮੁੱਲੀ ਦਾਤ ਫ੍ਰੀ ਦੇ ਵਿੱਚ ਵੰਡ ਰਿਹਾ, ਤੇ ਮਨੁੱਖ ਉਸ ਨੂੰ ਵੀ ਹਰ ਰੋਜ਼ ਗੰਦਲਾ ਕਰੀ ਜਾ ਰਿਹਾ, ਗੰਦਾ ਪਾਣੀ ਕਰੀ ਜਾ ਰਿਹਾ, ਪ੍ਰਦੂਸ਼ਣ ਫੈਲਾਈ ਜਾ ਰਿਹਾ, ਰੁੱਖ ਵੱਢੀ ਜਾ ਰਿਹਾ, ਰੁੱਖ ਵੱਢ ਕੇ ਉੱਤੇ ਪੱਥਰ ਲਾਈ ਜਾ ਰਿਹਾ। ਮਨੁੱਖਾਂ ਦਾ ਫਰਜ਼ ਹੈ ਇਸ ਧਰਤੀ ਤੇ ਰਹਿ ਕੇ ਪ੍ਰਿਥਵੀ ਦੀ ਸੇਵਾ ਸੰਭਾਲ ਕਰਨਾ। ਰੋਟੀ ਪਾਣੀ ਪਸ਼ੂ ਵੀ ਖਾਂਦੇ ਹਨ, ਉਹ ਘਾਹ ਖਾਂਦੇ ਹਨ, ਪਾਣੀ ਤਾਂ ਉਹ ਵੀ ਪੀਂਦੇ ਹਨ। ਤੇ ਪਸ਼ੂਆਂ ਦੇ ਕੰਮ ਹੈ ਉੱਥੇ ਹੀ ਉਹਨਾਂ ਨੇ ਸਾਰਾ ਕੁਝ ਕਰ ਲੈਣਾ, ਆਪਣਾ ਕਿਰਿਆ ਸਰੀਰ ਦੀ। ਤੇ ਮਨੁੱਖ ਨੂੰ ਸੋਝੀ ਬਖਸ਼ੀ ਮਹਾਰਾਜ ਨੇ, ਤੇ ਸੋਝੀ ਹੁੰਦਿਆਂ ਹੋਇਆਂ ਵੀ ਮਹਾਰਾਜ ਜੀ ਨੂੰ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ। ਕਹਿੰਦੇ ਜਿਹੜਾ ਮਨੁੱਖ ਹੋ ਗਿਆ ਇਹਦੇ ਪਸ਼ੂਆਂ ਵਾਲੇ ਕੰਮ ਹੋ ਗਏ। ਮਨੁੱਖ ਨੂੰ ਪਸ਼ੂਆਂ ਵਾਲੇ ਕੰਮ ਕਰਨੇ ਪੈ ਗਏ। ਇਸ ਧਰਤੀ ਦੇ ਉੱਤੇ ਜੇ ਕੋਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਗੁਲਾਮ ਕਰ ਲਵੇਗਾ, ਉਹਦੇ ਕੰਮ ਪਸ਼ੂਆਂ ਵਾਲੇ ਹੋਣਗੇ। ਜੇ ਬੰਦਾ ਆਜ਼ਾਦ ਸੋਚ ਰੱਖੇਗਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਵਾਰੀ ਜਿਹੜਾ ਮਨੁੱਖ ਪੜ੍ਹ ਲਵੇਗਾ ਨਾ, ਸੱਚ ਜਾਣਿਆ ਕਿ ਉਹ ਧਰਤੀ ਦੇ ਉੱਤੇ ਪ੍ਰਦੂਸ਼ਣ ਨਹੀਂ ਫੈਲਾਵੇਗਾ, ਭ੍ਰਿਸ਼ਟਾਚਾਰ ਨਹੀਂ ਫੈਲਾਵੇਗਾ। ਤੇ ਹੁਣ ਤਾਂ ਸਾਡਾ ਸੁਭਾਅ ਹੀ ਹੋ ਗਿਆ, ਜਿਹੜੀ ਚੀਜ਼ ਲਈ ਅਸੀਂ ਖਾਧੀ, ਕੁਰਕਰੇ ਲਏ, ਜਿਹੜਾ ਕੁਛ ਵੀ ਲਿਆ, ਕੋਲਡ ਡਰਿੰਕ ਲਈ, ਪੀਤੀ, ਕੋਟੀ ਸੜ ਦਿੱਤੀ ਬੋਤਲ।
ਚੀਜ਼ ਖਾਧੀ ਉੱਥੇ ਹੀ ਉਹਦਾ ਲਿਫਾਫਾ ਸਿੱਟ ਦਿੱਤਾ। ਗੁਰਮੁਖ ਨਹੀਂ, ਸਫਾਈ ਦੇ ਵਿੱਚ ਬਰਕਤ ਹੁੰਦੀ ਹੈ। ਇਹ ਹਰ ਇੱਕ ਦਾ ਮੰਨਣਾ ਹੈ ਤੇ ਹੁੰਦੀ ਵੀ ਹੈ। ਹਰ ਇੱਕ ਮਨੁੱਖ ਆਪਣੇ ਘਰ ਦੇ ਵਿੱਚ ਸਫਾਈ ਰੱਖਣੀ ਚਾਹੁੰਦਾ ਹੈ ਤੇ ਘਰ ਦੇ ਵਿੱਚ ਸਫਾਈ ਕਿਉਂ ਰੱਖਣੀ ਚਾਹੁੰਦਾ ਹੈ? ਇਹ ਸੰਸਾਰ ਤੋਂ ਦੇਖਦੇ ਹਰ ਦਾ ਰੂਪ ਹੈ। ਇਹ ਸੰਸਾਰ ਹਰੀ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ, ਤੇ ਫਿਰ ਇਸ ਨੂੰ ਤੁਸੀਂ ਗੰਦਲਾ ਕਿਉਂ ਕਰ ਰਹੇ ਹੋ? ਇੱਥੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਏ ਤੇ ਸਾਰੇ ਲੋਕਾਂ ਨੇ ਆ ਕੇ ਗੁਰੂ ਸਾਹਿਬ ਦੀ ਬੜੀ ਅਦਬ ਸਤਿਕਾਰ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਮੈਂ ਫਿਰ ਬੇਨਤੀ ਕਰ ਦੇਵਾਂ, ਅੱਜ ਸਾਡੇ ਅੰਦਰ ਸੇਵਾ ਭਾਵਨਾ ਬਹੁਤ ਦੂਰ ਚਲੀ ਜਾ ਰਹੀ ਹੈ। ਅਸੀਂ ਗੁਰੂ ਸਾਹਿਬ ਜੀ ਨੂੰ ਆਪਣੇ ਤ੍ਰੈ ਵਿਖੇ ਤੇ ਲੈ ਜਾਂਦੇ ਹਾਂ, ਪਰ ਸਾਡੇ ਜਿਹੜੇ ਕੰਮ ਹੁੰਦੇ ਨੇ, ਕਾਜ ਹੁੰਦੇ ਨੇ, ਘਰੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੁੰਦਾ ਹੈ ਤੇ ਮਨੁੱਖ ਮਾਰਕੀਟ ਦੇ ਵਿੱਚ ਸਮਾਨ ਖਰੀਦਦਾ ਪਿਆ ਹੁੰਦਾ ਹੈ। ਆਮ ਸੁਭਾਅ ਬਣ ਗਿਆ, ਕੋਈ ਵਿਆਹ ਸ਼ਾਦੀ ਕਰਨੀ ਹੋਵੇ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਵਾ ਜਾਂਦੇ ਹਾਂ ਤੇ ਆਪ ਅਸੀਂ ਬਾਜ਼ਾਰ ਦੇ ਵਿੱਚ ਸ਼ਾਪਿੰਗਾਂ ਕਰਦੇ ਫਿਰਦੇ ਹਾਂ। ਨਾ ਗੁਰੂ ਸਾਹਿਬ ਪਿੰਡ ਦੇ ਵਿੱਚ ਆਏ ਨੇ ਤੇ ਹਰ ਇੱਕ ਪ੍ਰਾਣੀ ਨੇ ਆ ਕੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ ਤੇ ਉੱਥੇ ਇੱਕ ਸਿੱਖ ਨੇ ਆ ਕੇ ਸਤਿਗੁਰੂ ਜੀ ਨੂੰ ਕੁਝ ਵਚਨ ਕਹੇ ਹਨ। श्री अर्जुन को आशा पग की पढ़ी उत्तम। ਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਸਾਡੇ ਪਿੰਡ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸੋਟਾ ਹੈ, ਆਸਾ ਤੋਂ ਭਾਵ ਡੰਡਾ, ਤੇ ਸਾਡੇ ਕੋਲ ਇੱਕ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੋੜੇ ਹਨ, ਉਹ ਸਾਡੇ ਕੋਲ ਪਏ ਹਨ। ਇੱਕ ਸੋਟਾ ਤੇ ਇੱਕ ਜੋੜਾ ਉਹ ਸਾਡੇ ਕੋਲ ਪਿਆ ਹੈ। सुन सतगुर सो निकट मंगाई कर दर्शन सब शीस निभाए। ਤੇ ਸਤਿਗੁਰੂ ਜੀ ਨੇ ਉਹ ਜੋੜਾ ਤੇ ਸੋਟਾ ਮੰਗਵਾਉਣਾ ਕੀਤਾ ਤੇ ਸਾਰੀਆਂ ਸੰਗਤਾਂ ਨੇ ਉਸ ਨੂੰ ਸੀਸ ਨਵਾਉਣਾ ਕੀਤਾ। ਮੈਂ ਤੇ ਬੇਨਤੀ ਕਰਾਂਗਾ, ਅੱਜ ਪੰਜਾਬ ਦੇ ਵਿੱਚ ਬਹੁਤ ਡੇਰਾਵਾਦ ਵਧਿਆ ਹੋਇਆ ਤੇ ਤੁਸੀਂ ਜਦੋਂ ਬਹੁਤਾਤ ਲੋਕ ਡੇਰਿਆਂ ਤੇ ਜਾਂਦੇ ਨੇ ਤੇ ਉਸ ਡੇਰਿਆਂ ਦੇ ਵਿੱਚ ਬਾਬਾ ਜੀ ਦਾ ਜੋੜਾ ਪਿਆ ਹੈ, ਬਾਬਾ ਜੀ ਦਾ ਰੁਮਾਲ ਪਿਆ ਹੈ, ਬਾਬਾ ਜੀ ਦਾ ਦਾਤਣ ਪਿਆ ਹੈ, ਬਾਬਾ ਜੀ ਨਲਕਾ ਪਿਆ ਹੈ, ਬਾਬਾ ਜੀ ਨਲਕੇ ਤੋਂ ਪਾਣੀ ਪੀਂਦੇ ਸਨ। ਉਹ ਗੁਰਮੁਖੋ, ਤੁਸੀਂ ਆਪਣੇ ਬਾਬਾ ਜੀ ਦੀ ਉਪਮਾ ਕਰਨੀ ਹੈ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਪਮਾ ਕਰਨੀ ਹੈ। ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਕਿਸੇ ਬਾਬੇ ਦੀ ਕੋਈ ਮੂਰਤੀ ਨਹੀਂ, ਕੋਈ ਫੋਟੋ ਨਹੀਂ, ਕੋਈ ਉਸ ਦੀ ਚੀਜ਼ ਨਹੀਂ। ਇਹ ਆਪ ਜੀ ਨੇ ਸੋਚਣਾ ਹੈ ਵੀ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਕਰਨੇ ਹਨ ਕਿ ਬਾਬਿਆਂ ਦੇ ਜੁੱਤੀਆਂ ਦੇ ਦਰਸ਼ਨ ਕਰਨੇ ਹਨ। ਤੇ ਇੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਛੋਟਾ ਤੇ ਇੱਕ ਜੋੜਾ ਹੈ, ਉਹ ਸਤਿਗੁਰੂ ਜੀ ਨੇ ਮੰਗਵਾਇਆ ਤੇ ਸਾਰੀਆਂ ਸੰਗਤਾਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤਾ ਹੈ। जेठे बुझियो गुर किस पार दिए तुम्हें सो करो उचार। ਸਤਿਗੁਰੂ ਜੀ ਨਾਲ ਇੱਕ ਗੁਰਸਿੱਖ ਸੀ ਭਾਈ ਜੇਠਾ ਜੀ, ਤੇ ਉਸਨੇ ਉਸ ਗੁਰਸਿੱਖ ਤੋਂ ਪੁੱਛਿਆ ਕਿ ਸਤਿਗੁਰੂ ਜੀ ਨੇ ਇਹ ਸੋਟਾ ਤੇ ਜੋੜਾ ਤੁਹਾਨੂੰ ਕਿਉਂ ਦਿੱਤਾ ਹੈ? सुन सिख मानिक जिसको नाम कहवे लगे प्रसंग अभिराम। ਇਹ ਮਾਣਕ ਨਾਮ ਦਾ ਸਿੱਖ ਹੈ ਤੇ ਇਹ ਸਾਰਾ ਪ੍ਰਸੰਗ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਦੱਸ ਰਿਹਾ ਹੈ। श्री अर्जुन जी इस फल आई सिख किदारा लियो सोताई। ਤੇ ਪ੍ਰਸੰਗ ਦੇ ਵਿੱਚ ਦੱਸ ਰਿਹਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਜਗ੍ਹਾ ਤੇ ਆਏ ਸਨ ਤੇ ਉਹਨਾਂ ਨੂੰ ਇੱਕ ਸਿੱਖ ਕਿਦਾਰਾ ਨਾਮ ਦਾ ਮਿਲਿਆ ਸੀ। मेरा धर्मसाल करवाया सेवा कर अधिक चित जायो। ਤੇ ਉਹ ਸਤਿਗੁਰੂ ਜੀ ਨੂੰ ਆਪਣੇ ਡੇਰੇ ਦੇ ਵਿੱਚ ਲੈ ਗਿਆ, ਧਰਮਸ਼ਾਲਾ ਦੇ ਵਿੱਚ ਲੈ ਗਿਆ। ਜਿੱਥੇ ਧਰਮ ਦੀ ਗੱਲ ਹੁੰਦੀ ਹੋਵੇ ਗੁਰਮੁਖ ਉਸ ਨੂੰ ਧਰਮਸਾਲ ਕਹਿੰਦੇ ਹਨ।
ਮਾਫ ਕਰ ਦਿਆ ਜੀ, ਅੱਜ ਗੁਰਦੁਆਰਿਆਂ ਦੇ ਵਿੱਚ ਵੀ ਸੱਚ ਬੋਲਣਾ ਔਖਾ ਹੋ ਗਿਆ। ਗੁਰਦੁਆਰਿਆਂ ਦੇ ਵਿੱਚ ਵੀ ਬੈਠ ਕੇ ਧਰਮ ਦੀ ਗੱਲ ਕਰਨੀ ਔਖੀ ਹੋ ਗਈ। ਨਹੀਂ ਕਰਨ ਦਿੱਤੀ ਜਾ ਰਹੀ, ਪ੍ਰੈਸ਼ਰ ਪਾਏ ਜਾਂਦੇ ਨੇ। ਮੈਨੂੰ ਯਾਦ ਹੈ ਅੱਜ ਵੀ ਮੈਂ ਕਿਸੇ ਪਾਵਨ ਸਥਾਨ ਤੇ ਸੇਵਾ ਨਿਭਾਉਂਦਾ ਸੀ ਤੇ ਉੱਥੋਂ ਦੇ ਕਥਾਵਾਚਕ ਨੇ ਗੁਰਬਾਣੀ ਦੇ ਅਰਥ ਅਨੁਸਾਰ ਗੁਰਬਾਣੀ ਦੇ ਅਰਥ ਕਰ ਦਿੱਤੇ। ਹੁਣ ਜ਼ਰੂਰੀ ਥੋੜੀ ਹੈ ਕਿ ਹਰ ਇੱਕ ਮਨੁੱਖ ਨੂੰ ਸੱਚਾਈ ਚੰਗੀ ਲੱਗੇ, ਸੱਚ ਤਾਂ ਕੌੜਾ ਹੁੰਦਾ ਹੈ। ਤੇ ਉਸ ਵਿਦਵਾਨ ਦੀ, ਉਸ ਗਿਆਨੀ ਜੀ ਦੀ ਉੱਥੋਂ ਕਥਾ ਹਟਾ ਦਿੱਤੀ ਗਈ 10-15 ਦਿਨਾਂ ਵਾਸਤੇ। ਕਹਿੰਦੇ ਨਹੀਂ, ਇੰਨਾ ਵੀ ਸੱਚ ਨਹੀਂ ਬੋਲਣਾ। ਇਹ ਹਾਲਾਤ ਸਾਡੇ ਬਣ ਚੁੱਕੇ ਹਨ। ਅਸੀਂ ਮਿੱਠੀਆਂ ਮਿੱਠੀਆਂ ਸਾਖੀਆਂ ਸੁਣਨੀਆਂ ਚਾਹੁੰਦੇ ਹਾਂ, ਅਸੀਂ ਮਿੱਠੀਆਂ ਮਿੱਠੀਆਂ ਬਾਬਿਆਂ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਾਂ। ਅਸੀਂ ਗੁਰਬਾਣੀ ਦਾ ਸੱਚ ਸੁਣਨਾ ਨਹੀਂ ਚਾਹੁੰਦੇ, ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ ਹੈ। ਇੱਥੇ ਧਰਮਸਾਲ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਉਹ ਕਿਦਾਰਾ ਨਾਮ ਦਾ ਸਿੱਖ ਲੈ ਗਿਆ ਹੈ। ਹੋਤੀ ਹਜੀਰਾ ਗਰ ਮੈਂ ਕਾਈ, ਦੇਤ ਵਿਖਾਰ ਬਿਟਤ ਸੋ ਨਾਹੀ। ਕਹਿੰਦੇ ਉਹ ਕਿਦਾਰੇ ਨਾਮ ਦੇ ਸਿੱਖ ਦੇ ਗਲ ਦੇ ਵਿੱਚ ਹਜੀਆ ਸੀ, ਕੋਈ ਬਿਮਾਰੀ ਸੀ ਤੇ ਉਹ ਬਿਮਾਰੀ ਜਾ ਨਹੀਂ ਰਹੀ ਸੀ। ਚੇਤਕ ਕਰ ਉਪਾਏ ਗੋਹਾਰ, ਨੇ ਜਿਸ ਔਖਦ ਰੋਗ ਨਿਵਾਰ। ਕਹਿੰਦੇ ਉਸਨੇ ਬੜੇ ਉਪਾਏ ਕੀਤੇ, ਅਨੇਕਾਂ ਤਰ੍ਹਾਂ ਦੇ ਯਤਨ ਕੀਤੇ, ਪਰ ਉਹ ਰੋਗ ਜਾ ਨਹੀਂ ਰਿਹਾ। ਅੱਜ ਵੀ ਗੁਰੂ ਕੋ ਕੋਈ ਮਨੁੱਖ ਐਸੇ ਮਿਲਦੇ ਹਨ ਜਿਨ੍ਹਾਂ ਦੇ ਬੋਲ ਹੁੰਦੇ ਹਨ, ਬੜੇ ਇਲਾਜ ਕਰਵਾ ਲੈ, ਬੜੀਆਂ ਦਵਾਈਆਂ ਲੈ ਲਈਆਂ, ਦਵਾਈ ਨਹੀਂ ਲੱਗੀ। ਅੱਜ ਵੀ ਲੋਕ ਮਿਲਦੇ ਹਨ, ਧਰਤੀ ਤੇ ਅੱਜ ਵੀ ਰਹਿੰਦੇ ਹਨ। ਕਿਸੇ ਨੂੰ ਕੋਈ ਪ੍ਰੋਬਲਮ, ਕਿਸੇ ਨੂੰ ਕੋਈ, ਤੇ ਉਹ ਅੱਜ ਵੀ ਕਹਿੰਦੇ ਵੀ ਬੜੀਆਂ ਦਵਾਈਆਂ ਲੈ ਲਈਆਂ ਤੇ ਦਵਾਈ ਨਹੀਂ ਲੱਗੀ। ਤੁਸੀਂ ਅਰਦਾਸ ਕਰੋ ਵੀ ਦਵਾਈ ਲੱਗ ਜਾਏ। ਗੁਰਮੁਖੋ ਕਿਸੇ ਵਿਦਵਾਨ ਨੇ ਬਹੁਤ ਸੋਹਣਾ ਕਿਹਾ, ਕਹਿੰਦੇ ਜੋ ਬਾਤ ਦਵਾ ਸੇ ਨਹੀਂ ਦਵਾ ਸੇ ਹੋਤੀ। ਕਹਿੰਦੇ ਜਿਹੜੀ ਗੱਲ ਦਵਾਈ ਦੇ ਨਾਲ ਨਹੀਂ, ਉਹ ਰੱਬ ਦੇ ਘਰ ਤੇ ਬੇਨਤੀ ਜੋਦੜੀ ਕਰਨ ਨਾਲ ਹੋ ਜਾਂਦੀ ਹੈ। ਕਹਿੰਦੇ ਮੁਸ਼ਕਿਲ ਤੋਂ ਜੇ ਹੈ, ਬੜੀ ਮੁਸ਼ਕਿਲ ਸੇ ਹੋਤੀ ਹੈ। ਕਹਿੰਦੇ ਪਰ ਬੜੀ ਮੁਸ਼ਕਿਲ ਨਾਲ ਹੁੰਦੀ ਹੈ। ਇਸ ਕਿਦਾਰੇ ਨਾਮ ਦੇ ਸਿੱਖ ਨੂੰ ਗਲ ਦੇ ਵਿੱਚ ਜੱਜਿਆ ਸੀਗਾ, ਇਸਨੇ ਅਨੇਕਾਂ ਤਰ੍ਹਾਂ ਦੇ ਉਪਾਏ ਕਰ ਲਏ, ਪਰ ਉਹ ਬਿਮਾਰੀ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ। ਜਤਨ ਕਰੇ ਤੇ ਪੁਨ ਹਟ ਰਹੀ, ਏਕ ਅਲਮ ਗੁਰੂ ਕੋ ਲਹੀ। ਅਨੇਕਾਂ ਤਰ੍ਹਾਂ ਦੇ ਯਤਨ ਕਰ ਲਏ, ਪਰ ਕੋਈ ਵੀ ਉਪਚਾਰ ਨਹੀਂ ਹੋ ਰਿਹਾ। ਸਿੱਖੀ ਵਿਖੇ ਸਦਾ ਸਭਨਾ, ਸੇਵਾ ਕਰਤ ਸੁਪ੍ਰੀਤ ਮਹਾਨ। ਹੁਣ ਸਿੱਖੀ ਦੇ ਵਿੱਚ ਰਹਿੰਦਾ ਹੈ ਤੇ ਸੇਵਾ ਸਿਮਰਨ ਕਰਦਾ ਹੈ ਤੇ ਸਤਿਗੁਰ ਜੀਆਂ ਦਾ ਨਾਮ ਜਪਦਾ ਹੈ ਤੇ ਗੁਰਬਾਣੀ ਦਾ ਪਾਠ ਕਰਦਾ ਹੈ। ਜਾਮ ਜਾਮਨੀ ਜਗ ਰਹਿ ਗਈ, ਦਰਸੋ ਗੁਰ ਇੱਛਾ ਤਿਸ ਪਈ। ਜਦੋਂ ਰਾਤ ਦਾ ਤੀਜਾ ਪੈਰ ਰਹਿ ਜਾਂਦਾ ਹੈ, ਜਦੋਂ ਅੰਮ੍ਰਿਤ ਵੇਲਾ ਆਪਾਂ ਕਹਿੰਦੇ ਆ, ਉਹ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਸਤਿਗੁਰ ਜੀ ਦੀ ਗੁਰਬਾਣੀ ਦਾ ਜਾਪ ਜਪਣਾ ਕਰਦਾ ਹੈ। ਸ੍ਰੀ ਅਰਜਨ ਪੜ੍ਹੇ ਅੰਗ ਪਰਤੇ, ਬੈਠਿਓ ਆਨ ਭਜਨ ਮੁਖ ਕਰੇ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆ ਕੇ ਬੈਠਾ ਤੇ ਗੁਰੂ ਸਾਹਿਬ ਜੀ ਦੇ ਕੋਲ ਵੀ ਆ ਕੇ ਉਹ ਗੁਰਬਾਣੀ ਦਾ ਪਾਠ ਕਰ ਰਿਹਾ ਹੈ। ਸਿੱਖ ਗੁਰ ਸੰਗੀ ਬੈਠੇ ਜੀ, ਤਿਨ ਮੈਂ ਮਿਲ ਕਰ ਬੈਠ ਰਹੇ। ਤੇ ਸਾਰੇ ਗੁਰਸਿੱਖ ਵੀ ਉੱਥੇ ਬੈਠੇ ਸਨ। ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸਾਰੇ ਸਿੱਖ ਵੀ ਬੈਠੇ ਸਨ। ਇਹ ਭਾਈ ਕਦਾਰਾ ਜੀ ਵੀ ਆ ਕੇ ਬੈਠ ਗਏ। ਗਰੀਬ ਹੀਰ ਬੋਲਿਓ ਗੁਰਦਾਸ, ਇਹ ਕਿਉ ਹੋਇਓ ਕਸ਼ਟ ਪ੍ਰਕਾਸ਼। ਤੇ ਭਾਈ ਗੁਰਦਾਸ ਜੀ ਨੇ ਭਾਈ ਕਦਾਰਾ ਜੀ ਨੂੰ ਪੁੱਛਣਾ ਕੀਤਾ ਵੀ ਇਹ ਜਿਹੜਾ ਰੋਗ ਹੈ ਗਲੇ ਦੇ ਵਿੱਚ, ਇਹ ਤੁਹਾਨੂੰ ਕਿੱਦਾਂ ਲੱਗ ਰਿਹਾ? ਸੁਣ ਕਰ ਤਿਸਤੇ ਕਰੀ ਕਿਦਾਰਾ, ਰੋਗ ਹਜੀਰਾ ਸੰਕਟ ਭਾਰਾ। ਕਹਿੰਦੇ ਨੇ ਭਾਈ ਸਾਹਿਬ ਜੀ ਇਹਨੂੰ ਹਜੀਰੇ ਦਾ ਰੋਗ ਕਹਿੰਦੇ ਨੇ ਤੇ ਬੜਾ ਦੁਖਦਾਈ ਰੋਗ ਹੈ।
ਤੇ ਬੜਾ ਕਸ਼ਟ ਸਹਾਰਨਾ ਪੈਂਦਾ ਹੈ। ਕਰ ਚਲੇ ਹੋ ਕੇ ਤਕ ਉਪਚਾਰ, ਪ੍ਰਾਣ ਬੰਦ ਕਰਨੇ ਪ੍ਰਹਾਰ। ਬੜੇ ਉਪਚਾਰ ਕਰ ਲੈ, ਬੜੀਆਂ ਦਵਾਈਆਂ ਲੈ ਲਈਆਂ, ਬੜੀਆਂ ਜੜੀਆਂ ਬੂਟੀਆਂ ਲੈ ਲਈਆਂ, ਪਰ ਕੋਈ ਵੀ ਉਪਚਾਰ ਨਹੀਂ ਚੱਲ ਰਿਹਾ। ਇੱਕ ਅਮੇਟ ਮੈਂ ਪੁਨ ਮਿਟ ਰਹਿਓ, ਨੈ ਕੁਛ ਕਰਿਓ ਨਰਨ ਬਹੁ ਕਰਿਓ। ਕਰਤ ਰਹਿਓ ਕਿਤਿ ਉਪਚਾਰੋ, ਪ੍ਰਾਲ ਬਦਨ ਕਰ ਪ੍ਰਹਾਰ। ਪਿਖ ਅਮੇਟ ਮੈਂ ਪੁਨ ਮਿਟ ਰਹਿਓ, ਨਹਿ ਕੁਛ ਕਰਿਓ ਨਰਨ ਬਹੁ ਕਰਿਓ। ਕਹਿੰਦਾ ਮੈਂ ਹੁਣ ਆਸ ਹੀ ਛੱਡ ਦਿੱਤੀ ਹੈ, ਮੈਂ ਦਵਾਈ ਜੜੀ ਬੂਟੀਆਂ ਲੈਣੀਆਂ ਛੱਡ ਦਿੱਤੀਆਂ, ਤੇ ਮੈਂ ਸਤਿਗੁਰੂ ਜੀ ਦੇ ਉੱਤੇ ਓਟ ਰੱਖ ਦਿੱਤੀ ਹੈ ਵੀ ਸਤਿਗੁਰੂ ਜੀ ਤੁਸੀਂ ਚਾਹੋ ਤਾਂ ਠੀਕ ਹੋ ਜਾਵੇ, ਨਾ ਚਾਹੋ ਤਾਂ ਨਾ ਹੋਵੇ। ਮੈਂ ਤੁਹਾਡੇ ਤੇ ਡੋਰ ਛੱਡ ਦਿੱਤੀ ਹੈ ਦੁੱਖ ਦੀ। ਤੇ ਗੁਰਮੁਖੋ ਯਾਦ ਰੱਖਿਆ ਜੀ, ਸਾਡੇ ਵੀ ਹਾਲਾਤ ਇਹੋ ਜਿਹੇ ਹੋਣੇ ਚਾਹੀਦੇ ਹਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਲੇ ਅਰ ਭੈਰੀ ਜਾ ਕੇ ਕੰਚਨ ਮਾਟੀ ਮਾਨੈ। ਕਹਿੰਦੇ ਨੇ ਮਨੁੱਖ ਦਾ ਇਹੋ ਜਿਹਾ ਸੁਭਾਅ ਹੋਣਾ ਚਾਹੀਦਾ ਹੈ, ਉਹ ਸੋਨੇ ਨੂੰ ਵੀ ਮਿੱਟੀ ਕਰਕੇ ਜਾਣੇ। ਪਰ ਥੋੜਾ ਜਿਹਾ ਦੁੱਖ, ਥੋੜਾ ਜਿਹਾ ਸੇਕ ਸਾਨੂੰ ਲੱਗਿਆ ਵੀ ਦੁੱਖ ਦਾ, ਮਾਫ ਕਰਿਆ ਜੀ, ਸਾਡੇ ਤਾਨੇ ਮਿਹਣੇ ਗੁਲਾਮੇ ਰੱਬ ਜੀ ਨੂੰ ਚਾਲੂ ਹੋ ਜਾਂਦੇ ਹਨ। ਦੁੱਖ ਆ ਗਿਆ ਨਾ ਸਾਡੇ ਤੇ ਮਹਾਰਾਜ ਨੇ ਕਿਹਾ ਦੁੱਖ ਦਾਰੂ ਸੁਖ ਰੋਗ ਭਇਆ। ਕਹਿੰਦੇ ਜਿਹੜਾ ਇਹ ਦੁੱਖ ਹੈ ਨਾ, ਇਹ ਦਾਰੂ ਕਰਕੇ ਤੈਨੂੰ ਮਿਲ ਰਿਹਾ ਹੈ, ਤੇ ਸੱਚ ਜਾਣੀ ਕਹਿੰਦਾ ਜਿਹੜਾ ਸੁੱਖ ਹੈ ਨਾ, ਇਹ ਤੈਨੂੰ ਰੋਗ ਬਣ ਕੇ ਚੰਬੜਿਆ ਹੋਇਆ ਹੈ। ਦੁੱਖ ਮੈਂ ਬਹੁਤ ਸੰਗੀ ਪਏ, ਸੁਖ ਮੈਂ ਸੰਗ ਨਾ ਕੋਈ। ਕਹਿੰਦੇ ਦੁੱਖ ਦੇ ਵਿੱਚ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਕਹਿੰਦੇ ਸੁਖ ਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਵੀ ਨਹੀਂ ਕਰਦਾ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਕਹਿੰਦੇ ਅੰਤ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਤੇਰੇ ਸਹਾਈ ਹੋਣਾ ਹੈ, ਹੋਰ ਕਿਸੇ ਨੇ ਨਹੀਂ ਹੋਣਾ। ਦੁਨੀਆ ਦੀਆਂ ਵਡਿਆਈਆਂ ਨੇ ਤੇਰੇ ਨਾਲ ਨਹੀਂ ਜਾਣਾ। ਤੇ ਮਹਾਰਾਜ ਜੀ ਕਹਿਣ ਲੱਗੇ ਨਾਨਕ ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ, ਤੇ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਬੜੀ ਪ੍ਰੀਤ, ਜਿਸ ਸਾਹਿਬ ਸੇਤੀ ਪੱਲ ਰਹੇ। ਕਹਿੰਦੇ ਨੇ ਉਹ ਰੀਤ ਨੂੰ ਛੱਡ ਕੇ ਰੱਖ ਦੇ, ਸਵਾਹ ਕਰ ਦੇ, ਜਿਹਦੇ ਵਿੱਚ ਪਰਮਾਤਮਾ ਤੈਨੂੰ ਵਿਸਰ ਰਿਹਾ ਹੈ। ਅਸੀਂ ਪਰਮਾਤਮਾ ਦਾ ਨਾਮ ਜਪ ਕੇ ਨਹੀਂ ਰਾਜੀ। ਮਾਫ ਕਰਿਆ ਜੀ, ਸਾਨੂੰ ਸੁੱਖ ਚਾਹੀਦੇ ਨੇ, ਪਰਮਾਤਮਾ ਦਾ ਨਾਮ ਨਹੀਂ ਚਾਹੀਦਾ। ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਨਾ, ਉਹ ਕਹਿੰਦੇ ਨੇ ਦੁੱਖ ਨਾਹੀ ਸਭ ਸੁਖ ਹੀ ਹੈ ਰੇ। ਕਹਿੰਦੇ ਦੁੱਖ ਤਾਂ ਹੈ ਹੀ ਨਹੀਂ, ਸੁਖ ਹੀ ਹੈ। बुरा नहीं सब भला ही है रे, हार नहीं सब जेते। कहते बुरा तो है ही नहीं, सब भला ही है। ये गुरसिखां दी निशानियां होंदियां ते जिहड़े मेरे वर्गे संसारी लोग होंदे हैं उन्हां नूं थोड़ा जिहा दुख दा एहसास होया नहीं, वो रब जी नूं ताने मिले देने शुरू कर दिंदे हैं। ते इत्थे भाई साहब जी कहण लगे बई मैं आस ही छड्ड दित्ती है हुण दवाइयां दी, तो मैं सतगुरु जी दे उत्ते अपना आसरा दृढ़ कर लिया है। सुन गुण बोलियो सिख कल्याणा, रुच असाध्य ए तोरे पहचाना। भाई कल्याणा जी बोले, क्योंकि भाई कल्याणा जी गुरु हरगोबिंद सिंह महाराज नूं ये सारा प्रसंग दस रहे हैं कि इत्थे गुरु अर्जन देव महाराज आए, उन्हां नूं किदारे नाम दा सिख मिलिया, उन्हां दे गले दे विच दुख सीगा, तकलीफ सीगी। ये सारी वारदात भाई कल्याणा जी गुरु हरगोबिंद साहब जी नूं दस रहे हैं। दिवस विके सतगुरु अगारी, करो बिने दे रो बिदारी। कि सिखा ने कहा कि तुसीं बेनती क्यों नहीं करते सतगुरु जी दे अगे, तुसीं सतगुरु जी दे अगे बेनती करो कि मेरा जिहड़ा रोग है वो दूर कर दिओ। ऐसी वस न जग में कोई, करे गुरु जो होए न सोई। कहते ने कोई ऐसी चीज है ही नहीं दुनिया दे उत्ते जिहड़ी गुरु ना कर सके। तो मैं बेनती करा गुरु को
साडे मनां दे अंदर गुरु वास्ते बहुत ज्यादा तरक होने लग पिया भी वाकई गुरु इदां कर सकदा, गुरु 3 दिन कई नदी दे विच रह सकदा है। गुरु नानक साहब 3 दिन कई नदी दे विच किवें रह गए? हो नहीं सकदा। गुरुमुखो कोई मनुख 2 मिनट भी नहीं रह सकदा, पर गुरु रह सकदा। अच्छा, सप ने सिर दे उत्ते छां किवें कर दित्ती जी? हो ही नहीं सकदा। सप किदां कर सकदा सिर दे उत्ते छां? गुरु नानक साहब जी करते। गुरुमुखो जिन्हों आपां रोज पढ़ते हाँ, सब ते वड्डा सतगुरु नानक जिन कल राखी मेरी, जिस दे कोल मेरी राखी है, मेरी डोर है, उस दे कोल होर किसी दी क्यों नहीं होवे? गुरु नानक साहिब महाराज आप नारायण कलाकार परमेश्वर रूप ने ते सारा कुछ ही परमेश्वर के हुक्म दे विच हुंदा है। तो परमेश्वर के हुक्म दे विच रह के एक सप क्यों नहीं शांत कर सकदा? मैं कह देना सब दे कोल फोन है, फोन तो गल नहीं हो सकती, तरक करन लगी है। पर सच्चाई तो यह है ना भी इत्थे तुसीं बैठे बैठे मैसेज करो, फोन करो ते गल हो जाती है। वेखण तो एक डब्बी जी है ना, ते ओहदे विच की पिया है, ਜਿਹੜੇ ਉਸ ਨੂੰ ਖੋਲਦੇ ਨੇ, ਜਿਹੜੇ ਚਲਾਉਂਦੇ ਨੇ, ਉਹਨਾਂ ਨੂੰ ਪਤਾ ਹੈ ਵੀ ਬੈਠੇ ਬੈਠੇ ਸਾਰਾ ਕੁਝ ਇੱਕ ਫੋਨ ਤੇ ਹੀ ਹੋਈ ਜਾਂਦਾ। ਇਹ ਜਿਹੜੀਆਂ ਗੁਰੂ ਦੇ ਉੱਤੇ ਤਰਕ ਕਰਨਾ, ਗੁਰੂ ਦੇ ਉੱਤੇ ਸ਼ੱਕ ਕਰਨਾ, ਇਹ ਭਾਵਨਾ ਵਾਲੀ ਗੱਲ ਨਹੀਂ। ਗੁਰੂ ਦੇ ਉੱਤੇ ਤਰਕ ਕਰਨਾ ਇਹ ਕੋਈ ਮਹਾਨਤਾ ਵਾਲੀ ਗੱਲ ਨਹੀਂ। आपना दे चुल्लू पर पानी तै निंदे च गंगा आनी, कहते आप चुल्लू पर दा पानी नहीं देता ते गंगा नूं दिंदी जा रही है। हालांकि गंगा दे नाल साडा कोई एडी मानता वाली गल नहीं, पर सतगुरु ने गल की भी गंगा नूं दिंदी जा रही है। आप किसी नाल पानी दा गिलास नहीं पूछ सकते, आपने पल्ले कुछ है नहीं, आप किसी की कोई हेल्प नहीं करके राजी। आप तो लोगों को रोंदा देखना राजी है कि मेरा गवांढी रोंदा होवे तो मैं चंगा रहां, मेरा गवांढी रोवे तो मैं हंसा। आपने तो ये हंसता है ते शक करना गुरु साहब ते ये कोई मानता वाली गल नहीं। सतगुरु जी समर्थ हैं ते जिन्हों असीं रोज पढ़ते डंडौत बंदन अनक बार सर्व कला समर्थ डोलन ते राखो प्रभु नानक देकर हाथ। कहते मारे तू सर्व कला समर्थ है, कोई 2 कला 3 कला 4 कला 5 कला समर्थ हो सकता है। कहते सर्व कला समर्थ है, तेरे अंदर सारियां कलावां हैं ते उस दे उत्ते सप ने आके छां करना कितनी बड़ी गल है। उस वास्ते कोई बड़ी गल नहीं। जिहदे हुक्म दे विच हर एक चीज चल रही है, जिहदे हुक्म दे अंदर साह चल रहे हैं, जिहदे हुक्म दे अंदर सारी पृथ्वी चल रही है, उहदे वास्ते कितनी बड़ी गल है। जे तुसीं रब नूं गुरु नानक साहिब जी नूं पाउणा है ना ते तुहानूं गुरु नानक साहिब ते श्रद्धा रखनी पवेगी, गुरु नानक साहिब ते विश्वास रखना पवेगा। ते गुरु ग्रंथ साहिब महाराज गुरबाणी विश्वास ही सिखाती है, ज्ञान ही देती है ते ज्ञान कला पढ़न दे नाल ही बंदा विद्वान तो बन सकता है, पर सच जाने जी इंसान भी नहीं बन सकता। गुरबाणी पढ़न दे नाल विद्वान तो बन सकता है, पर इंसान नहीं बनता। जे ज्ञान पल्ले पै जावे तो बंदा इंसान बन जावे, जे इंसान बन जावे बंदा तो भगवान बन जावे। नहीं बन रहा। खैर इत्थे भाई कल्याणा जी कहन लगे भाई सारा कुछ अपना गुरु साहब जी के उत्ते उसने छड्ड दिया, दुख दूर चाहे करे चाहे ना करे। मैं जिहड़ी ओट है एक तेल
ਭਾਈਏ ਮੈਂ ਸਿਰਫ ਤੇਰੀ ਓਟ ਤੇ ਹੀ ਬੈਠਾ ਹਾਂ। ਸੁਨਤ ਇਦਾਰੇ ਬਹੁ ਉਚਾਰਾ ਸਤਿਗੁਰ ਮਹਿਮਾ ਅਪਰ ਅਪਾਰਾ। ਸਤਿਗੁਰ ਜੀ ਦੀ ਜਿਹੜੀ ਮਹਿਮਾ ਹੈ ਉਹ ਅਪਰ ਅਪਾਰ ਹੈ, ਬੇਅੰਤ ਤੋਂ ਬੇਅੰਤ ਹੈ। ਤੂੰ ਕਿਉਂ ਨਹੀਂ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਦਾ ਕਿ ਇਹ ਮੇਰਾ ਜਿਹੜਾ ਦੁੱਖ ਹੈ ਇਸ ਨੂੰ ਦੂਰ ਕਰ ਦਿਓ। आहे जथोचित तुमने पाका कहो सुनियो मेरी अभिलाषा। ਤੇ ਤੁਹਾਡੀ ਅਵਲਾਕਾ ਕਿਉਂ ਨਹੀਂ ਸੁਣਨਗੇ, ਤੁਹਾਡੀ ਬੇਨਤੀ ਕਿਉਂ ਨਹੀਂ ਸੁਣਨਗੇ? ਤੁਸੀਂ ਇੱਕ ਵਾਰੀ ਜਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਤਾਂ ਕਰੋ। ਗੁਰ ਤੇ ਅਬਦ ਸੁਖੋ ਜਾਚਨ ਸਤਨਾਮ ਸਿਮਰਨ ਮਨ ਰਾਚਨ। ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਆਪਣੇ ਗੁਰੂ ਤੇ ਪੂਰਾ ਭਰੋਸਾ ਕੀਤਾ ਹੋਇਆ, ਮੈਂ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਕੀਤਾ ਹੋਇਆ ਹੈ। ਮੈਨੂੰ ਗੱਲ ਦੱਸਣ ਦੀ ਲੋੜ ਨਹੀਂ ਜੇ ਪੈਣੀ ਵੀ ਮੈਂ ਸਤਿਗੁਰੂ ਜੀ ਦੇ ਅੱਗੇ ਜਾ ਕੇ ਬੇਨਤੀ ਕਰਾਂ, ਮੈਂ ਸਤਿਗੁਰੂ ਜੀ ਨੂੰ ਦੱਸਾਂ। ਕਹਿੰਦਾ ਨਹੀਂ, ਮੈਂ ਆਪਣੇ ਮਨ ਦੇ ਵਿੱਚ ਨਾਮ ਜਪ ਰਿਹਾ, ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪ ਰਿਹਾ। ਧਨ ਮਥੁਰਾ ਵਿੱਚ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰਿ। ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰਿ ਦਾ ਰੂਪ ਹਨ। ਉਹ ਮੇਰੇ ਹਿਰਦੇ ਦੀ ਆਪ ਹੀ ਸਾਰੀ ਗੱਲਬਾਤ ਜਾਣ ਲੈਣਗੇ। ਗੁਰ ਤੇ ਅਬਦ ਸੁਖੋ ਜਾਚਨ सतनाम सिमरन मन राचन। तन अनित ऐसे सुख किसके नाशवंत न संगी किसके। कहते मैं जाके सरीर वास्ते बेनती करा कि मेरा शरीर ठीक कर दे। कहते ये तो नाशवंत है, एक ना एक दिन इसने मिस जाना है, इसने खत्म हो जाना है। ते मैं इस शरीर वास्ते गुरु साहब जी ਨੂੰ जाके बेनती करा कि मेरा रोग ठीक कर दे। कहते नहीं, मैं अपने मन ਦੇ ਵਿੱਚ परमात्मा ਦਾ ਨਾਮ ਜਪ ਰਿਹਾ, ਸਤਿਗੁਰੂ ਜੀ ਦੇ ਅੱਗੇ ਬੇਨਤੀਆਂ ਕਰ ਰਿਹਾ ਕਿ ਸਤਿਗੁਰੂ ਜੀ ਮੇਰੇ ਹਿਰਦੇ ਦੇ ਵਿੱਚ ਨਾਮ ਬਖਸ਼ੋ, ਮੇਰਾ ਲੋਕ ਸੁਖੇ ਪਰ ਲੋਕ ਸੁਹੇਲੇ ਕਰੋ। ਕਹਿੰਦੇ ਮੈਂ ਸਤਿਗੁਰੂ ਜੀ ਦੇ ਅੱਗੇ ਜਾ ਕੇ ਬੇਨਤੀ ਨਹੀਂ ਕਰਨੀ ਕਿ ਮੇਰਾ ਸਰੀਰ ਠੀਕ ਕਰ ਦਿਓ। ਕਹਿੰਦੇ ਇਹ ਤਾਂ ਇੱਕ ਨਾਸ਼ਵੰਤ ਹੈ, ਇਸ ਨੇ ਨਾਸ਼ ਹੋ ਹੀ ਜਾਣਾ ਹੈ। रुच हर बेहित गुर को कहो हृदय अनुचित बात मैं लहो। ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚ ਇਹ ਬਾਤ ਛੁਪਾ ਕੇ ਰੱਖੀ ਹੋਈ ਹੈ ਵੀ ਸਤਿਗੁਰੂ ਜੀ ਮੈਂ ਜਾ ਕੇ ਕਹਿਣਾ ਨਹੀਂ, ਤੇ ਮੈਂ ਆਪਣੇ ਹਿਰਦੇ ਦੇ ਵਿੱਚ ਇਹ ਬਾਤਾਂ ਗੁਰੂ ਸਾਹਿਬ ਨਾਲ ਸਾਰੀਆਂ ਕਰ ਰਿਹਾ ਹਾਂ। कहाँ मस्त पर शेर बंगारन उचित बतंग कुंभ जो फारन। ਕਹਿੰਦੇ ਤੁਸੀਂ ਕਮਾਲ ਦੀ ਗੱਲ ਕਰਦੇ ਹੋ। ਕਹਿੰਦੇ ਨੇ ਇੱਕ ਮੱਛਰ ਨੂੰ ਮਾਰਨ ਵਾਸਤੇ ਹੁਣ ਮੈਂ ਸ਼ੇਰ ਦਾ ਸਹਾਰਾ ਲਵਾਂ, ਮੱਛਰ ਨੂੰ ਮਾਰਨ ਵਾਸਤੇ ਮੈਂ ਸ਼ੇਰ ਦਾ ਸਹਾਰਾ ਲਵਾਂ। ਕਹਿੰਦੇ ਨੇ ਛੋਟੀ ਜਿਹੀ ਬਿਮਾਰੀ ਨੂੰ ਮਾਰਨ ਵਾਸਤੇ ਮੈਂ ਹੁਣ ਗੁਰੂ ਸਾਹਿਬ ਜੀ ਨੂੰ ਜਾ ਕੇ ਕਹਾਂ। ਕਹਿੰਦੇ ਨਹੀਂ, ਗੁਰੂ ਸਾਹਿਬ ਜੀ ਨੇ ਆਪਣੇ ਆਪ ਹੀ ਮੇਰੀ ਬਿਮਾਰੀ ਠੀਕ ਕਰ ਦੇਣਾ। ਇਹ ਹੈ ਗੁਰਸਿੱਖ ਦਾ ਭਰੋਸਾ, ਵਿਸ਼ਵਾਸ ਆਪਣੇ ਗੁਰੂ ਦੇ ਉੱਤੇ। ਤੇ ਇੱਥੇ ਭਾਈ ਸਾਹਿਬ ਜੀ ਅੱਗੇ ਕਿਵੇਂ ਪ੍ਰਸੰਗ ਬਿਆਨ ਕਰਦੇ ਹਨ। ਕਹਿਣ ਲੱਗੇ ਕਿ ਮੈਂ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਆਪਣੇ ਨਾਸ਼ਵੰਤ ਸਰੀਰ ਵਾਸਤੇ ਬੇਨਤੀ ਨਹੀਂ ਕਰਦੀ। ਹਾਂ, ਜੇ ਸਤਿਗੁਰੂ ਜੀ ਨੂੰ ਠੀਕ ਲੱਗਦਾ ਹੈ ਤਾਂ ਉਹ ਮੇਰੀ ਭਾਵਨਾਵਾਂ, ਮੇਰੀਆਂ ਇੱਛਾਵਾਂ ਪੂਰੀਆਂ ਕਰ ਦੇਣ, ਪਰ ਮੈਂ ਇੱਕ ਮੱਛਰ ਨੂੰ ਮਾਰਨ ਵਾਸਤੇ ਸ਼ੇਰ ਦਾ ਸਹਾਰਾ ਨਹੀਂ ਲੈ ਸਕਦਾ। ਇਸ ਕਰਕੇ ਗੁਰਮੁਖੋ ਅਸੀਂ ਸਤਿਗੁਰੂ ਜੀ ਦੇ ਅੱਗੇ ਜਿਹੜੀਆਂ ਬੇਨਤੀਆਂ ਜੋੜੀਆਂ ਕਰਨੀਆਂ ਨਾ, ਉਹ ਇਹ ਕਰਨੀਆਂ ਵੀ ਨਾਮ ਧਨ ਦੇ। ਸਤਿਗੁਰੂ ਸਿੱਖ ਕੋ ਨਾਮ ਧਨ ਦੇ। ਕਹਿੰਦੇ ਮੈਨੂੰ ਤਾਂ ਨਾਮ ਦਾ ਧਨ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ। ਇੱਕ ਪ੍ਰਮਾਤਮਾ ਦਾ ਨਾਮ ਹੀ ਚਾਹੀਦਾ ਹੈ। ਤੇ ਮੈਂ ਬੇਨਤੀ ਕਰਾਂ, ਕੋਈ ਫਕੀਰ ਸੀ ਤੇ ਉਹ ਰਾਜੇ ਦੇ ਦਰਬਾਰ ਚਲਾ ਗਿਆ ਤੇ ਰਾਜੇ ਦਰਬਾਰ ਦੇ ਵਿੱਚ ਜਾ ਕੇ ਕਹਿੰਦਾ, ਤੇ ਰਾਜਾ ਕਹਿੰਦਾ ਕਿ ਹਾਂ ਫਕੀਰ ਮੰਗ, ਕੀ ਮੰਗਣਾ ਹੈ, ਮੈਂ ਤੈਨੂੰ ਸਾਰਾ ਕੁਝ ਦੇਵਾਂ। ਉਹ ਕਹਿੰਦਾ ਸੱਚੀ ਗੱਲ ਹੈ। ਕਹਿੰਦਾ ਜੋ ਮੰਗੇਗਾ ਉਹ ਤੈਨੂੰ ਮਿਲੇਗਾ। ਫਕੀਰ ਕਹਿੰਦਾ ਦੇਖ ਲੈ ਰਾਜਨ, ਮੁਕਰ ਨਾ ਜਾਈ। ਕਹਿੰਦਾ ਨਹੀਂ ਮੁਕਰਦਾ, ਤੂੰ ਜੋ ਮੰਗੇਗਾ ਉਹ ਮੈਂ ਤੈਨੂੰ ਦੇਵਾਂਗਾ। ਕਹਿੰਦਾ ਹੇ ਰਾਜਨ, ਮੈਂ ਤੈਨੂੰ ਮੰਗਦਾ। ਕਹਿੰਦਾ ਉਹ ਕਿਉਂ? ਕਹਿੰਦਾ ਮੈਂ ਤੈਨੂੰ ਮੰਗ ਲਿਆ ਤਾਂ ਤੇਰੇ ਦਰਬਾਰ ਦੀ ਹਰ ਇੱਕ ਚੀਜ਼ ਮੇਰੀ ਹੋ ਜਾਵੇਗੀ। ਇਸ ਕਰਕੇ ਗੁਰਮੁਖੋ ਅਸੀਂ ਪਰਮਾਤਮਾ ਨੂੰ ਮੰਗਣਾ ਹੈ, ਪਰਮਾਤਮਾ ਦਾ ਨਾਮ ਮੰਗਣਾ ਹੈ, ਪਰਮਾਤਮਾ ਦਾ ਓਟ ਆਸਰਾ ਮੰਗਣਾ ਹੈ।
ਤੇ ਜਿੰਦੇ ਉੱਤੇ ਪਰਮਾਤਮਾ ਦੀ ਦਇਆ ਹੋ ਗਈ, ਕਿਰਪਾ ਹੋ ਗਈ, ਰਹਿਮਤ ਹੋ ਗਈ, ਬਖਸ਼ਿਸ਼ ਹੋ ਗਈ, ਇਹ ਛੋਟੇ ਮੋਟੇ ਰੋਗ ਤਾਂ ਆਪਣੇ ਆਪ ਹੀ ਦੂਰ ਹੋ ਜਾਣਗੇ। ਇਸ ਕਰਕੇ ਸਾਨੂੰ ਸਤਿਗੁਰੂ ਜੀ ਦੇ ਅੱਗੇ ਜਦੋਂ ਵੀ ਬੇਨਤੀ ਕਰਨੀ ਹੈ, ਇਹ ਬੇਨਤੀ ਕਰਨੀ ਕਿ हे ਮਹਾਰਾਜ ਕਿਰਪਾ ਕਰਨੀ, ਰਹਿਮਤ ਕਰਨੀ, ਬਖਸ਼ਿਸ਼ ਕਰਨੀ, ਮੈਨੂੰ ਨਾਮ ਦੀ ਦਾਤ ਬਖਸ਼ੀ, ਤਾਂ ਕਿ ਜਿਹੜਾ ਮੇਰਾ ਜੀਵਨ ਹੈ ਲੋਕ ਸੁਖੀ ਪਰ ਲੋਕ ਸੁਖੀ ਨਾਨਕ ਆਤਮਾ ਆਪੇ ਮੇਲੇ ਵਾਲਾ ਬਣ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ। ਆਓ ਅੰਤ ਦੇ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੋਈ। ਆਓ ਰਸਨਾ ਪਵਿੱਤਰ ਕਰੀਏ। ਬਾਣੀ